ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਨਦੀਪ ਸਿੱਧੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪਰਦੇਸੀ ਪੰਜਾਬ ਤੇ ਮੇਰੇ ਨਾਲ ਨੇ ਸਰਬਜੀਤ ਕੌਰ। ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਪਰਦੇਸੀ ਪੰਜਾਬ ਤੇ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸ਼ਰਮਾ ਜੀ ਦੀ ਫੈਮਿਲੀ ਦੇ ਨਾਲ ਤੇ ਆਜੋ ਫਿਰ ਹਾਂਜੀ, ਤੁਹਾਡੇ ਪਰਿਵਾਰ ਦਾ ਸਾਡੇ ਪ੍ਰੋਗਰਾਮ ਵਿੱਚ ਸਵਾਗਤ ਹੈ। ਤੇ ਲਓ ਜੀ, ਹੁਣ ਸ਼ੁਰੂ ਕਰਨ ਲੱਗੇ ਹਾਂ ਸਵਾਲਾਂ ਦਾ ਸਿਲਸਿਲਾ। ਤੇ ਸਭ ਤੋਂ ਪਹਿਲਾਂ ਕਿ ਸਾਨੂੰ ਇਹ ਦੱਸੋ ਵੀ ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ? ਜੀ ਮੈਂ ਪੰਜਾਬ ਤੋਂ ਖੰਨੇ ਤੋਂ ਆ ਮੈਂ। ਅੱਛਾ ਜੀ। ਤੁਹਾਨੂੰ ਪਤਾ ਹੋਣਾ ਡਿਸਟ੍ਰਿਕਟ ਲੁਧਿਆਣਾ ਪੈਂਦਾ ਸਾਨੂੰ। ਹਾਂਜੀ ਹਾਂਜੀ। ਸਭ ਤੋਂ ਵੱਡੀ ਅਨਾਜ ਮੰਡੀ ਖੰਨਾ। ਸਭ ਤੋਂ ਵੱਡੀ ਅਨਾਜ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਜੀ। ਤੇ ਖੰਨੇ ਦੀਆਂ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਨੇ, ਉਹ ਤੁਹਾਨੂੰ ਠਹਿਰ ਕੇ ਦੱਸਦੀ ਹਾਂ। ਨਹੀਂ ਦੱਸ ਹੀ ਦਿਓ ਜੀ ਪਹਿਲਾਂ, ਦੱਸ ਹੀ ਦਿਓ ਤੁਸੀਂ ਵੀ ਹੋਰ ਕੀ ਕੀ ਉੱਥੇ ਖੰਨੇ ਦੀ। ਮੈਂ ਉਹ ਤਾਂ ਵੈਸੇ ਚਲੋ ਮਜ਼ਾਕ ਦੇ ਵਿੱਚ ਕਹਿ ਰਹੀ ਹਾਂ, ਵੈਸੇ ਖੰਨੇ ਦੇ ਵਿੱਚ ਜਿਹੜੀ ਸਾਡੀ ਮੇਨ ਇੱਕ ਗਊਸ਼ਾਲਾ ਖੰਨੇ ਦੀ, ਉਹ ਦੇਖਣ ਵਾਲੀ ਆ, ਔਰ ਉਹ ਪੰਜਾਬ ਦੀ ਸਭ ਤੋਂ ਵੱਡੀ ਗਊਸ਼ਾਲਾ ਖੰਨੇ 'ਚ। ਠੀਕ ਹੈ ਜੀ। ਤੇ ਜਦੋਂ ਕਿਤੇ ਵੀ ਲੰਘਦੇ ਵੜਦੇ ਆਏ ਤੇ ਤੁਸੀਂ ਖੰਨੇ ਦੇ ਵਿੱਚ ਜ਼ਰੂਰ ਐਂਟਰ ਕਰਕੇ ਤੇ ਗਊਸ਼ਾਲਾ ਸਾਡੇ ਜ਼ਰੂਰ ਦੇਖਣੀ ਹੈ। ਹਾਂਜੀ, ਜਦ ਵੀ ਹੁਣ ਉਹਦਾ ਚੱਕਰ ਲੱਗੇ ਤਾਂ ਜ਼ਰੂਰ। ਤੇ ਇੱਕ ਦਵਿੰਦਰ ਖੰਨੇ ਵਾਲਾ ਮੈਨੂੰ ਲੱਗਦਾ ਉਹ ਗਾਇਕ ਵੀ। ਹਾਂਜੀ, ਖੰਨੇ ਖੰਨੇ ਨੇ ਤੁਹਾਨੂੰ ਬਹੁਤ ਸਾਰੇ ਮਤਲਬ ਆਪਣੇ ਕਹਿ ਲਓ ਵੀ ਇੰਡੀਆ ਨੂੰ ਕਿ ਸਾਰੇ ਮਤਲਬ ਸਾਰੇ ਰਿਪਰੈਜ਼ੈਂਟ ਕਰ ਰਹੇ ਨੇ। ਬਹੁਤ ਸਾਰੇ ਗਾਇਕ ਵੀ ਦਿੱਤੇ ਨੇ ਔਰ ਰਾਈਟਰ ਵੀ ਬਹੁਤ ਅੱਛੇ। ਦਵਿੰਦਰ ਖੰਨੇ ਵਾਲੇ ਦੇ ਤਾਂ ਵੈਸੇ ਗਾਣੇ ਵੈਸੇ ਬਹੁਤ ਮਸ਼ਹੂਰ ਨੇ। ਬਾਕੀ ਜਿਹੜਾ ਗਾਣਾ ਦਿਲ ਨੂੰ ਛੂਹਦਾ ਹੁੰਦਾ ਨਾ, ਉਹ ਸਧੂ ਸਿਕੰਦਰ ਵੀ ਪਤਾ ਹੋਣੇ ਜੀ। ਹਾਂਜੀ ਹਾਂਜੀ। ਉਹ ਹੋ ਗਏ ਜੀ, ਅਮਨ ਨੂਰੀ ਹੋ ਗਏ। ਅੱਛਾ। ਤੇ ਨਾਲ ਲਾਭ ਜੰਜੂ ਆ ਗਏ। ਉਹਨਾਂ ਦਾ ਚਲੋ ਡੈਥ ਹੋ ਗਈ ਹੈ ਹੁਣ। ਬਾਕੀ ਬਟ ਉਹ ਵੀ ਖੰਨੇ ਤੋਂ ਹੀ ਨੇ। ਜੱਸੀ ਗਿੱਲ ਖੰਨੇ ਤੋਂ ਆ ਜੀ। ਠੀਕ ਹੈ, ਫਿਰ ਤਾਂ ਖੰਨੇ ਦੇ ਬਹੁਤ ਸਾਰੇ ਗਾਇਕ ਨੇ, ਮਸ਼ਹੂਰ ਜਗ੍ਹਾ ਤੋਂ ਆਏ ਹੋ ਤੁਸੀਂ, ਹੈ ਨਾ। ਅੱਜ ਕੱਲ ਦੇ ਵੀ ਗਾਇਕ ਹਲੇ ਥੋੜੇ ਬਹੁਤੇ ਖੰਨੇ ਤੋਂ ਨਿਕਲ ਰਹੇ ਨੇ। ਠੀਕ ਹੈ। ਤੇ ਜਿਵੇਂ ਤੁਸੀਂ ਦੱਸਿਆ ਵੀ ਅਨਾਜ ਮੰਡੀ ਵੀ ਬਹੁਤ ਵੱਡੀ ਹੈਗੀ ਹੈ ਖੰਨੇ 'ਚ, ਤੇ ਮੈਂ ਇੱਕ ਸੁਣਿਆ ਵੀ ਲੋਹਾ ਮੰਡੀ ਵੀ ਬਹੁਤ ਵੱਡੀ ਹੈ ਖੰਨੇ ਦੇ ਵਿੱਚ। ਲੋਹਾ ਮੰਡੀ ਜਿਹੜੀ ਹੈਗੀ ਨਾ, ਉਹ ਐਕਚੁਅਲੀ ਖੰਨੇ ਦੀ ਮੰਡੀ ਨਹੀਂ ਹੈਗੀ, ਉਹ ਮੰਡੀ ਗੋਬਿੰਦਗੜ੍ਹ, ਔਰ ਉਹ ਖੰਨੇ ਦੇ ਬਿਲਕੁਲ ਨਾਲ ਲੱਗਦੀ ਆ। ਮੰਨ ਲਓ ਵੀ ਹਾਰਡਲੀ 15 ਮਿੰਟ ਦੀ ਡਰਾਈਵ, 10-15 ਮਿੰਟ ਦੀ ਡਰਾਈਵ ਤੇ। ਅੱਛਾ ਜੀ। ਤੇ ਉਹ ਮਸ਼ਹੂਰ ਅੱਜ ਕੱਲ ਤਾਂ ਖੰਨਾ ਔਰ ਗੋਬਿੰਦਗੜ੍ਹ ਇੱਕ ਹੀ ਹੋਇਆ ਪਿਆ। ਹਾਂਜੀ, ਮੈਂ ਤਾਂ ਅਸੀਂ ਕਿਉਂਕਿ ਜਦੋਂ ਪੜ੍ਹਦੇ ਹੁੰਦੇ ਸੀ ਮੈਨੂੰ ਲੱਗਦਾ ਜ਼ਿਆਦਾਤਰ ਤਾਂ ਅਸੀਂ ਇਹੀ ਜਾਂ ਅਖਬਾਰਾਂ ਖਬਰਾਂ 'ਚ ਵੀ ਇਹੀ ਸੁਣਦੇ ਹੁੰਦੇ ਸੀ ਨਾ ਵੀ ਅਨਾਜ ਮੰਡੀ ਤੇ ਲੋਹਾ ਮੰਡੀ ਹੈਗੀ ਹੈ ਖੰਨੇ ਦੇ ਵਿੱਚ, ਤਾਂ ਕਰਕੇ ਉਹ ਨਾਲ ਹੋਣ ਕਰਕੇ ਤਾਂ ਫੇਮਸ ਆ। ਠੀਕ ਹੈ ਜੀ। ਤੇ ਆਂਟੀ ਜੀ, ਖੰਨਾ ਜਿਹੜਾ ਉਹ ਤੁਹਾਡੇ ਪੇਕੇ ਕਿ ਸਹੁਰੇ ਆ? ਐਕਚੁਅਲੀ ਪ੍ਰੋਪਰ ਜਿਹੜਾ ਖੰਨਾ ਹੈ ਨਾ, ਉਹ ਨਾ ਮੇਰੇ ਪੇਕੇ ਨੇ ਨਾ ਮੇਰੇ ਸਹੁਰੇ ਨੇ। ਅੱਛਾ। ਮੇਰੇ ਪੇਕੇ ਲੁਧਿਆਣੇ ਨੇ। ਹਾਂਜੀ, ਲੁਧਿਆਣੇ ਤੋਂ ਸੀਗੀ ਮੈਂ, ਤੇ ਮੈਂ ਵਿਆਹ ਕੇ ਆਈ ਤੇ ਮੇਰੇ ਸਹੁਰਿਆਂ ਦਾ ਪਿੰਡ ਸੀ ਰਾਜੇਵਾਲ ਰੋਣੋ। ਅੱਛਾ ਜੀ। ਉਹ ਬਿਲਕੁਲ ਖੰਨੇ ਦੇ ਨਾਲ ਹੀ ਲੱਗਦਾ, 5-7 ਕਿਲੋਮੀਟਰ ਤੇ ਹੈਗਾ। ਹਾਂਜੀ ਹਾਂਜੀ। ਤੇ ਉੱਥੇ ਮੈਂ 5 ਸਾਲ ਉੱਥੇ ਰਹੀ। ਉਸ ਤੋਂ ਬਾਅਦ ਅਸੀਂ ਖੰਨੇ ਮੂਵ ਕਰ ਗਏ ਸੀ। ਠੀਕ ਹੈ ਜੀ। ਅੱਛਾ ਜੀ। ਤੇ ਹੋਰ ਕੋਈ ਖੰਨੇ ਦੀ ਜਿਵੇਂ ਮਸ਼ਹੂਰ ਕੋਈ ਗੱਲ ਹੋਵੇ? ਖੰਨੇ ਦੇ ਵਿੱਚ ਜਿੱਦਾਂ ਮਸ਼ਹੂਰ ਖੰਨੇ ਦਾ ਜਿਹੜੀ ਮਾਰਕੀਟ ਆ, ਕੱਪੜਾ ਮਾਰਕੀਟ, ਐਕਚੁਅਲੀ ਜਿਹੜੀ ਕਲੋਥ ਮਾਰਕੀਟ ਆ, ਉਹ ਖੰਨੇ ਦੀ ਬਹੁਤ ਫੇਮਸ ਆ। ਜਿੱਦਾਂ ਲਾ ਲਓ ਵੀ ਸਾਨੂੰ ਸਰਹੰਦ ਨੇੜੇ ਲੱਗਦਾ, ਗੋਬਿੰਦਗੜ੍ਹ ਲੱਗਦਾ, ਇੱਧਰੋਂ ਦਰਾਹਾ ਲੱਗਦਾ। ਲੋਕ ਸਾਰੇ ਮਤਲਬ ਜਿਹੜੇ ਸ਼ਾਪਿੰਗ ਸੈਂਟਰ, ਉਹਨਾਂ ਨੂੰ ਖੰਨਾ ਵਧੀਆ ਲੱਗਦਾ, ਮਤਲਬ ਸ਼ਾਪਿੰਗ ਕਰਨੀ ਖੰਨੇ ਵਧੀਆ ਲੱਗਦੀ। ਯਾਨੀ ਕਿ ਵੱਡੇ ਸ਼ਾਪਿੰਗ ਸੈਂਟਰ ਜਾਂ ਜ਼ਿਆਦਾ ਮਟੀਰੀਅਲ ਉੱਥੋਂ ਮਿਲਦਾ? ਮਟੀਰੀਅਲ ਖੰਨੇ 'ਚ ਬਹੁਤ ਜ਼ਿਆਦਾ ਇਦਾਂ ਉਹ ਨਹੀਂ ਹੈਗੇ, ਵੱਡੇ ਮਾਲ ਨਹੀਂ ਹੈਗੇ, ਬਟ ਸ਼ੋਰੂਮ ਬਹੁਤ ਵਧੀਆ। ਜਿੱਦਾਂ ਆਪਣੇ ਪੁਰਾਣੇ ਪੰਜਾਬ ਦੇ ਆਪਾਂ ਰੂਟੀਨ ਦੇਖੀ ਜਾਂ ਜਿਵੇਂ ਦੁਕਾਨਦਾਰ ਹੁੰਦੇ ਸੀਗੇ ਹਨਾ, ਉਹ ਦੁਕਾਨਾਂ ਦੇ ਵਿੱਚ ਸਮਾਨ ਵੇਚਦੇ ਰਹਿੰਦੇ ਸੀ।
ਉਦਾਂ ਦਾ ਮਤਲਬ ਤੁਸੀਂ ਉੱਥੇ ਮਾਰਕੀਟ ਦੇਖ ਸਕਦੇ ਹੋ। ਅੱਜ ਕੱਲ ਤਾਂ ਜਿੱਦਾਂ ਵੱਡੇ ਸ਼ਹਿਰਾਂ ਦੇ ਵਿੱਚ ਮਾਲ ਬਣ ਗਏ ਨੇ, ਉਹ ਮਾਲਾਂ ਦੇ ਵਿੱਚ ਬਸ ਦੁਕਾਨਾਂ ਨੇ 4-5 ਇੱਕ ਦੂਜੇ ਸਾਹਮਣੇ ਆ ਗਈਆਂ ਨੇ, ਉਹ ਉਦਾਂ ਦਾ ਮਾਹੌਲ ਨਹੀਂ ਹੈਗਾ। ਤੁਹਾਨੂੰ ਤੁਸੀਂ ਵੜੋਗੇ ਚਾਰ ਪਾਸੇ ਤੁਹਾਨੂੰ ਦੁਕਾਨਾਂ ਨੇ ਜੀ, ਇੱਕ ਪੂਰੀ ਮਾਰਕੀਟ ਦੇ ਵਿੱਚ ਨਿਕਲ ਰਹੇ ਹੋ ਜਿੱਦਾਂ ਆਪਣੇ ਪੁਰਾਣੇ ਟਾਈਮਾਂ 'ਚ ਹੁੰਦਾ ਸੀ, ਉਹ ਮਾਹੌਲ ਅਲੱਗ ਹੈ ਜੀ। ਐਕਚੁਅਲੀ ਜਿੱਦਾਂ ਜਦੋਂ ਸਾਡੇ ਖੰਨੇ ਦੇ ਵਿੱਚ ਜੇ ਕੋਈ ਮਾਲ ਖੁੱਲਦਾ ਵੀ ਆ ਨਾ, ਤਾਂ ਲੋਕ ਮਾਲ 'ਚ ਜਾਣਾ ਪਸੰਦ ਨਹੀਂ ਕਰਦੇ ਜਿੰਨਾ ਸਾਡੇ ਸੁਭਾਸ਼ ਬਾਜ਼ਾਰ 'ਚ ਜਾਣਾ ਪਸੰਦ ਕਰਦੇ। ਹਾਂਜੀ ਹਾਂ, ਸੁਭਾਸ਼ ਬਾਜ਼ਾਰ ਬਹੁਤ ਮਸ਼ਹੂਰ ਹੈ ਸਪੈਸ਼ਲੀ ਕੱਪੜੇ ਦੀ ਮਾਰਕੀਟ ਵਾਸਤੇ। ਜੀਟੀਵੀ ਮਾਰਕੀਟ, ਜੀਟੀਵੀ ਮਾਰਕੀਟ ਸਾਡੀ ਜਿਹੜੀ ਹੈਗੀ ਆ ਉਹ ਮੇਨ ਜਿਹੜੇ ਕੋਚਿੰਗ ਵਾਸਤੇ ਮਾਰਕੀਟ ਖੰਨੇ ਦੀ ਉਹ ਬਹੁਤ ਮਸ਼ਹੂਰ ਆ। ਕਾਦੀ ਕੋਚਿੰਗ? ਉੱਥੇ ਹਰ ਤਰ੍ਹਾਂ ਜਿੱਦਾਂ ਆਈਲੈਟਸ ਦੀ ਕੋਚਿੰਗ ਤਾਂ ਉੱਥੇ ਆਈਲੈਟਸ ਸੈਂਟਰ ਤਾਂ ਬਹੁਤ ਜ਼ਿਆਦਾ ਖੁੱਲੇ ਹੋਏ ਨੇ, ਤੇ ਹਰ ਟਾਈਮ ਉੱਥੇ ਤੁਹਾਨੂੰ ਸਟੂਡੈਂਟ ਦੀ ਮਤਲਬ ਬਹੁਤ ਜ਼ਿਆਦਾ ਕਰਾਊਡ ਉੱਥੇ ਦੇਖਣ ਨੂੰ ਮਿਲਦਾ ਹੈ। ਯਾਨੀ ਕਿ ਇਹ ਵੀ ਉੱਥੋਂ ਦੀ ਨਿਕਲ ਕੇ ਆਏ ਆ, ਇਹਨਾਂ ਨੇ ਆਈਲੈਟਸ ਉੱਥੋਂ ਕੀਤੀ ਹੈ? ਉਸ ਟਾਈਮ ਉੱਥੋਂ ਨਹੀਂ ਕੀਤੀ ਸੀਗੀ ਇਹਨਾਂ ਨੇ ਆਈਲੈਟਸ। ਮੈਂ ਤਾਂ ਜੀ ਐਕਚੁਅਲੀ ਮੈਂ ਚੰਡੀਗੜ੍ਹ ਪੜ੍ਹਦਾ ਪਿਆ ਸੀਗਾ MBA ਦੇ ਲਈ, ਤੇ ਇਹਨਾਂ ਦਾ ਮੈਨੂੰ ਫੋਨ ਆਇਆ, ਕਹਿੰਦੇ ਵੀ ਹੁਣ ਤੂੰ ਐ ਕਰ ਥੋੜਾ ਜਿਹਾ ਆਇਲਸ ਵਾਲੇ ਪਾਸੇ ਵੀ ਹੋ ਜਾ। ਤੇ ਮੈਂ ਕਿਹਾ ਜੀ ਚਲੋ ਠੀਕ ਆ, ਤੇ ਮੈਂ ਉਧਰ ਆਇਲਸ ਵੀ ਲੱਭ ਲਿਆ। ਉਧਰ ਮੈਨੂੰ ਸੀਗਾ, ਮੈਂ ਕਿਹਾ ਚਲੋ ਖੰਨੇ ਜਾ ਕੇ ਮੈਂ ਆਇਲਸ ਕਰ ਲੂੰਗਾ, ਕਿਉਂਕਿ ਖੰਨੇ ਦੇ ਵਿੱਚ ਆਇਲਸ ਦਾ ਥੋੜਾ ਜਿਹਾ ਜ਼ਿਆਦਾ ਮਾਹੌਲ ਵਧੀਆ ਹੈ ਨਾ, ਵੀ ਉਹ ਕਾਫੀ ਸੈਂਟਰ ਪੈਂਦੇ ਨੇ ਸਾਨੂੰ, ਤੇ ਹਾਂਜੀ, ਤੇ ਉਹ ਜਿੰਨੇ ਹੁਣ ਸੈਂਟਰ ਸੀਗੇ ਮੈਂ ਸੋਚਿਆ ਮੈਂ ਚਲੋ ਉਹਨਾਂ ਦੇ ਵਿੱਚੋਂ ਚੂਜ਼ ਕਰ ਲੂੰਗਾ। ਪਰ ਐਂਡ ਆਫ ਦਾ ਡੇ ਮੈਨੂੰ ਫਿਰ ਚੰਡੀਗੜ੍ਹ ਮੈਂ ਰਹਿੰਦਾ ਸੀ ਤਾਂ ਮੈਂ ਉੱਥੇ ਹੀ ਚੂਜ਼ ਕਰਕੇ ਫਿਰ ਉੱਥੋਂ ਜੀ ਪੜ੍ਹਿਆ। ਤੇ ਦੂਸਰਾ ਸਾਡਾ ਜਿਹੜਾ ਖੰਨਾ ਹੈਗਾ ਉਹ ਐਜੂਕੇਸ਼ਨ ਲਈ ਉੱਥੇ ਜਿਹੜੇ ਕਾਲਜ ਨੇ ਉਹ ਬਹੁਤ ਜ਼ਿਆਦਾ ਫੇਮਸ ਨੇ। ਇੱਕ ਸਾਡਾ ਸਭ ਤੋਂ ਪੁਰਾਣਾ AS ਕਾਲਜ ਬॉयਜ਼ ਕਾਲਜ ਹੈਗਾ, ਇੱਕ ਗਰਲਜ਼ ਕਾਲਜ ਹੈਗਾ, ਉਹ ਬਹੁਤ ਜ਼ਿਆਦਾ ਵਧੀਆ ਕਾਲਜ ਨੇ। ਮਤਲਬ ਜਿਵੇਂ ਉਹਨਾਂ ਨੂੰ ਕਹਿ ਲਓ ਵੀ ਪੰਜਾਬ ਦੇ ਵਿੱਚੋਂ A ਗ੍ਰੇਡ ਮਿਲੀ ਹੋਈ ਆ। ਹਾਂਜੀ, ਅਸੀਂ ਉੱਥੇ ਪੜ੍ਹੇ ਹੋਏ ਹਾਂ। ਔਰ ਮੇਰੇ ਬੱਚੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਲਜ ਨੇ, ਅਰਾਊਂਡ 80-90 ਇਅਰਸ। ਜਿਵੇਂ ਆਂਟੀ ਹੁਣ ਵਿਕਰਮ ਨੇ ਕਿਹਾ ਵੀ ਤੁਸੀਂ ਕਿਹਾ ਵੀ ਆਈਲੈਟਸ ਵੱਲ ਵੀ ਧਿਆਨ ਦੇ, ਤੇ ਇਹ ਤੁਹਾਡਾ ਮਤਲਬ ਕਿ ਕਿਵੇਂ ਸਾਡੇ ਮਨ 'ਚ ਵਿਚਾਰ ਆਇਆ ਵੀ ਹੁਣ ਵੀ ਇਹਨੂੰ ਬਾਹਰ ਜਾਣਾ ਚਾਹੀਦਾ ਜਾਂ ਮਤਲਬ ਕਿ ਆਈਲੈਟਸ ਕਰਨਾ ਚਾਹੀਦਾ, ਇਹ ਤੁਹਾਡਾ ਫੈਸਲਾ ਸੀਗਾ? ਐਕਚੁਅਲੀ ਇਹ ਫੈਸਲਾ ਨਾ ਸਾਡਾ ਦੋਨਾਂ ਦਾ ਸੀ, ਮੇਰੇ ਤੇ ਮੇਰੇ ਹਸਬੈਂਡ ਦਾ। ਅੱਛਾ ਜੀ। ਬਿਕੋਜ਼ ਮੇਰੇ ਹਸਬੈਂਡ ਜਿਹੜੇ ਸੀ, ਇਹਦੇ ਪਾਪਾ ਉਹ ਬਿਫੋਰ ਮੈਰਿਜ ਉਹ ਜਰਮਨ ਰਹੇ ਹੋਏ ਸੀ। ਅੱਛਾ ਜੀ। ਉਹ ਮਤਲਬ ਕਾਫੀ ਟਾਈਮ 4.5 ਸਾਲ ਉਹ ਜਰਮਨ ਦੇ ਵਿੱਚ ਲਗਾ ਕੇ ਆਏ। ਤੇ ਉਹਨਾਂ ਦਾ ਇੱਕ ਕਹਿ ਲਓ ਡ੍ਰੀਮ ਸੀਗਾ ਕਿ ਵੀ ਮੈਂ ਆਪਣੇ ਬੱਚੇ ਜਿਹੜੇ ਹੈਗੇ ਨੇ ਉਹ ਬਾਹਰ ਸੈਟਲ ਕਰਨੇ ਨੇ, ਕਿਉਂਕਿ ਉੱਥੇ ਦੀ ਲਾਈਫ ਬਾਰੇ, ਬਾਹਰ ਦੀ ਲਾਈਫ ਬਾਰੇ ਉਹਨਾਂ ਨੂੰ ਪਤਾ ਸੀ ਵੀ ਕਿੰਨੀ ਵਧੀਆ ਰੂਲ ਰੈਗੂਲੇਸ਼ਨ ਲਈ ਔਰ ਹਨਾ ਸਾਰੇ ਸਭ ਕੁਛ ਲਈ। ਉਹ ਉਹਨਾਂ ਨੂੰ ਇਹ ਸੀਗਾ ਕਿ ਵੀ ਮੈਂ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਵੀ ਉਹ ਇੰਡੀਆ 'ਚ ਨਹੀਂ ਰੱਖਣਾ ਚਾਹੁੰਦੇ ਸੀ, ਮੈਂ ਬਾਹਰ ਭੇਜਣਾ। ਫਿਰ ਉਹ ਕਹਿੰਦੇ ਵੀ ਆਪਾਂ ਵਿਕਰਮ ਨੂੰ ਇਦਾਂ ਕਹਿੰਦੇ ਆ ਵੀ ਹਨਾ ਵੀ ਜਿਵੇਂ ਆਈਲੈਟਸ ਕਰ ਲਵੇ। ਤੇ ਉਸ ਟਾਈਮ ਕਾਫੀ ਕਰੇਜ਼ ਜਿਹਾ ਸੀਗਾ ਲੋਕਾਂ ਨੂੰ ਆਸਟ੍ਰੇਲੀਆ ਦਾ। ਤੇ ਫਿਰ ਸਾਨੂੰ ਇਹ ਸੀਗਾ ਵੀ ਚਲੋ ਇਹ ਆਸਟ੍ਰੇਲੀਆ ਵਾਲੇ ਪਾਸੇ ਨਿਕਲ ਜਾਵੇ। ਚਲੋ ਬਹੁਤ ਚੰਗੀ ਗੱਲ ਹੈ ਜੀ। ਫਿਰ ਜੇ ਤੁਸੀਂ ਇਹਨੂੰ ਵੀ ਪੁੱਛ ਕੀਤਾ ਵੀ ਜਾ ਵੀ ਆਪਣਾ ਫਿਊਚਰ ਬਣਾ ਉੱਥੇ ਜਾ ਕੇ, ਵੀ ਤੁਹਾਨੂੰ ਪਤਾ ਲੱਗਿਆ ਵੀ ਇਹਦਾ ਫਿਊਚਰ ਉੱਥੇ ਹੀ ਬ੍ਰਾਈਟ ਆ, ਵੀ ਇੱਥੇ ਤਾਂ ਵੀ ਮੁਸ਼ਕਲ ਆ ਵੀ ਉਹ ਹਾਲਾਤ। ਐਕਚੁਅਲੀ ਉਹ ਪਤਾ ਕੀ ਉੱਥੇ ਜਿਵੇਂ ਆਪਾਂ ਵੀ ਦੇਖਦੇ ਹਾਂ ਨਾ ਵੀ ਸਟੱਡੀ ਕਰਕੇ ਵੀ ਕਈ ਵਾਰੀ ਜੌਬਸ ਨਹੀਂ ਮਿਲਦੀਆਂ, ਜੇ ਆਪਾਂ ਬਿਜ਼ਨਸ ਕਰਦੇ ਹਾਂ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਬਿਜ਼ਨਸ ਤੁਹਾਡਾ ਸਕਸੈਸਫੁਲ ਹੁੰਦਾ ਕਿ ਨਹੀਂ ਹੁੰਦਾ ਹੈ ਨਾ। ਬਾਕੀ ਇਹਦੇ ਪਾਪਾ ਦਾ ਜ਼ਿਆਦਾ ਡ੍ਰੀਮ ਇਹੀ ਸੀਗਾ, ਇਹਨਾਂ ਦੇ ਫਾਦਰ ਦਾ, ਕਿ ਵੀ ਮਤਲਬ ਮੈਂ ਬੱਚਿਆਂ ਨੂੰ ਬਾਹਰ ਭੇਜਣਾ। ਬਸ ਮੇਨ ਤਾਂ ਉਹੀ ਸੀ ਕਿ ਉਹ ਰਹੇ ਹੋਏ ਸੀਗੇ। ਹਾਂਜੀ, ਇਸ ਕਰਕੇ ਉਹਨੂੰ ਪਤਾ ਸੀ ਸਾਰਾ ਕੁਝ। ਤੇ ਬਾਕੀ ਇਹ ਵੀ ਹੈ ਜੀ, ਮੈਨੂੰ ਵੀ ਇਹ ਲੱਗਦਾ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਵੀ ਜੌਬਸ ਨਹੀਂ ਮਿਲਣੀਆਂ ਜਾਂ ਕੁਛ ਹੈ ਨਾ, ਤੇ ਉਹ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਪ੍ਰਿਪੇਅਰ ਕਰਨ ਲੱਗ ਜਾਂਦੇ ਆ ਵੀ ਹੁਣ ਬਾਹਰ ਚਲੇ ਜਾਓ। ਤੇ ਇੱਥੇ ਭਾਜੀ ਵੀ ਜਿਵੇਂ ਇਹਨਾਂ ਦਾ ਤਾਂ ਹੋ ਗਿਆ ਫੈਸਲਾ ਵੀ ਬੱਚੇ ਨੂੰ ਬਾਹਰ ਭੇਜਣਾ, ਤੇ ਤੁਸੀਂ ਵੀ ਚਾਹੁੰਦੇ ਸੀ ਜਾਂ ਫੋਰਸਫੁਲੀ ਆ ਗਏ ਫਿਰ? ਨਹੀਂ ਜੀ, ਐਕਚੁਅਲੀ ਮੈਨੂੰ ਥੋੜਾ ਜਿਹਾ ਸੀ ਮੇਰੇ ਦਿਮਾਗ ਦੇ ਵਿੱਚ ਵੀ, ਕਿਉਂਕਿ ਮੇਰਾ ਇੱਕ ਫਰੈਂਡ ਹੈ ਉਹ ਸਿਡਨੀ ਸੀਗਾ। ਮੇਰੇ ਤੋਂ 3 ਸਾਲ ਪਹਿਲਾਂ ਆ ਗਿਆ ਸੀ ਉਹ। ਤੇ ਮੈਂ +2 ਕਰਕੇ ਮੈਂ AS ਕਾਲਜ ਦੇ ਵਿੱਚ ਪੜ੍ਹਨ ਲੱਗ ਗਿਆ, ਤੇ ਉੱਥੇ ਮੈਂ 3 ਸਾਲ ਆਪਣੀ BSc ਪੂਰੀ ਕੀਤੀ ਸੀ। ਤੇ ਉਹ +2 ਕਰਕੇ ਉਹ ਸਿੱਧਾ ਹੀ ਇੱਧਰ ਨੂੰ ਆ ਗਿਆ ਸੀ। ਤਾਂ ਉਹਨੇ ਮੈਨੂੰ ਥੋੜਾ ਬਹੁਤਾ ਗਾਈਡੈਂਸ ਕੀਤੀ ਹੋਈ ਸੀ ਪਹਿਲਾਂ, ਤੇ ਮੈਂ ਉਹ ਇਹਨਾਂ ਨੂੰ ਵੀ ਮਿਲਦਾ ਰਿਹਾ ਸੀ ਪਹਿਲਾਂ ਹਨਾ ਆਉਣ ਤੋਂ। ਤੇ ਉਹ ਥੋੜਾ ਜਿਹਾ ਇਹਨਾਂ ਦਿਮਾਗ ਦੇ ਵਿੱਚ ਉਦੋਂ ਪੈਣਾ ਸਟਾਰਟ ਹੋ ਗਿਆ ਸੀ। ਬਟ ਮੈਨੂੰ ਸੀਗਾ ਮੈਂ ਕਿਹਾ ਚਲੋ ਮੈਂ ਪੜ੍ਹਾਈ ਪਹਿਲਾਂ ਪੂਰੀ ਕਰੂੰਗਾ, ਫਿਰ ਜੇ ਬਣ ਗਿਆ ਕੋਈ ਹਨਾ ਵੀ ਸਬਬ ਬਣਿਆ ਫਿਰ ਆਪਾਂ ਚੱਲ ਜਾਂਗੇ। ਤੇ ਕੁਦਰਤੀ ਇਹਨਾਂ ਨੇ ਫਿਰ ਮੈਨੂੰ ਥੋੜਾ ਪੁਸ਼ ਕੀਤਾ, ਮੈਂ ਕਿਹਾ ਚਲੋ ਕੋਈ ਨਹੀਂ ਇੱਧਰ ਨੂੰ ਹੋ ਜਾਂਦੇ ਆ। ਤੇ ਗਾਈਡੈਂਸ ਮਤਲਬ ਕੋਈ ਬੀਚ ਬੂਚ ਦੀਆਂ ਫੋਟੋਆਂ ਦਿਖਾਈਆਂ ਸੀ ਜਾਂ ਵੈਸੇ ਕਿਹਾ ਸੀ ਵੀ ਲਾਈਫ ਚੰਗੀ ਹੈ ਇੱਥੇ? ਨਹੀਂ, ਉਹਨੇ ਮੈਨੂੰ ਐਕਚੁਅਲੀ ਗਾਈਡੈਂਸ ਏਦਾਂ ਕੀਤੀ ਕਿ ਹਾਂ ਵੀ ਆਪਣਾ ਜੇ ਤੁਸੀਂ ਚੰਗੀ ਪੜ੍ਹਾਈ ਕੀਤੀ ਹੈ ਨਾ, ਇੱਥੇ ਤੁਹਾਨੂੰ ਜੌਬ ਵਗੈਰਾ ਵਧੀਆ ਮਿਲ ਜਾਂਦੀ ਹੈ। ਤਾਂ ਮੇਰਾ ਥੋੜਾ ਜਿਹਾ ਏਦਾਂ ਹੀ ਮੈਂ ਕੈਰੀਅਰ ਥੋੜਾ ਜਿਹਾ ਆਪਣਾ ਮੈਂ ਸ਼ੁਰੂ ਤੋਂ ਹੀ ਦਿਮਾਗ 'ਚ ਰੱਖਿਆ ਸੀ ਵੀ
ਕਿ ਕੁਝ ਸੈਟਅਪ ਕਰਨਾ ਹੈ ਨਾ ਅੱਗੇ ਜਾ ਕੇ, ਤਾਂ ਮੈਂ ਉਸ ਨੂੰ ਥੋੜਾ ਜਿਹਾ ਗੋਲ ਬਣਾ ਕੇ ਮੈਂ ਇੱਥੇ ਆਇਆ ਸੀ। ਤਾਂ ਉਹਨੇ ਮੈਨੂੰ ਥੋੜਾ ਜਿਹਾ ਹੈਲਪ ਕੀਤੀ ਵੀ ਹਾਂਜੀ ਵੀ ਤੂੰ ਇੱਥੇ ਆ ਤੇ ਤੈਨੂੰ ਥੋੜਾ ਜਿਹਾ ਜਿਸ ਹਿਸਾਬ ਨਾਲ ਤੇਰਾ ਦਿਮਾਗ ਹੈ ਜਾਂ ਜਿਸ ਹਿਸਾਬ ਨਾਲ ਤੇਰਾ ਪ੍ਰੈਪਰੇਸ਼ਨ ਤੂੰ ਕਰਦਾ ਰਹਿਣਾ ਤਾਂ ਆਪਣੀ ਲਾਈਫ ਦੀ, ਤਾਂ ਉਹ ਤੇਰੀ ਸੈੱਟ ਬੈਠ ਜੂਗੀ ਇੱਥੇ। ਠੀਕ ਹੈ ਜੀ। ਤੇ ਰਿਸ਼ੂ ਭੈਣ ਤੁਹਾਡੇ ਨਾਲ ਹੀ ਆਏ ਸੀ ਫਿਰ ਜਾਂ? ਨਹੀਂ ਜੀ, ਇਹ ਨਾ ਮੇਰੀ ਮੈਰਿਜ ਕਾਫੀ ਲੇਟ ਹੋਈ ਹੈ। ਅੱਛਾ ਜੀ। ਤੇ ਮੈਂ ਇੱਥੇ ਆ ਗਿਆ ਸੀ ਤੇ ਉਸ ਤੋਂ ਬਾਅਦ ਮੇਰੇ ਖਿਆਲ 3 ਸਾਲ 3.5 ਸਾਲ ਬਾਅਦ ਅਸੀਂ ਇੱਕ ਦੂਜੇ ਨੂੰ ਜਾਣਨਾ ਸਟਾਰਟ ਕੀਤਾ ਸੀ। ਸਟੱਡੀ ਕੰਪਲੀਟ ਕਰਨ ਤੋਂ ਬਾਅਦ ਮਤਲਬ ਵੀ? ਹਾਂਜੀ, ਮੈਂ ਇੱਥੇ ਪਹਿਲਾਂ ਸਟੱਡੀ ਕੰਪਲੀਟ ਕਰ ਲਈ ਸੀ ਤੇ ਮੇਰੀ ਪਰਮਨੈਂਟ ਰੈਜ਼ੀਡੈਂਸੀ ਹੋ ਗਈ ਸੀ। ਅੱਛਾ। ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਗਿਆ ਸੀ ਤਾਂ ਉੱਥੇ ਇਹਨਾਂ ਨੂੰ ਮਿਲਿਆ ਸੀ ਤੇ ਬਸ ਉਸ ਤੋਂ ਬਾਅਦ ਫਿਰ ਥੋੜਾ ਬਹੁਤਾ ਮੈਂ ਫਿਰ ਆਪਣੇ ਪੇਰੈਂਟਸ ਨੂੰ ਵੀ ਹਿੰਟ ਦੇਣਾ ਸਟਾਰਟ ਕੀਤਾ। ਅੱਛਾ, ਇਹ ਕਹਾਣੀ ਮੈਨੂੰ ਥੋੜੀ ਜੀ ਕਾਫੀ ਟਾਈਮ ਬਾਅਦ ਮੈਂ ਕਹਾਣੀ ਬਾਰੇ ਜਾਣਨਾ ਚਾਹੁੰਦਾ ਵੀ ਇਹ ਕਹਾਣੀ ਕਿੱਦਾਂ ਵੀ ਤੁਹਾਡੀ ਲਵ ਮੈਰਿਜ ਹੈ ਦਾ ਮਤਲਬ ਵੀ ਔਰ ਤੁਸੀਂ ਪੇਰੈਂਟਸ ਦੀ ਫਿਰ ਬਾਅਦ ਸਹਿਮਤੀ ਲਈ? ਹਾਂਜੀ ਹਾਂਜੀ। ਐਕਚੁਅਲੀ ਹੈ ਨਾ ਇਹ ਕਿਤੇ ਔਰਕੁੱਟ ਤੇ ਮਿਲੇ ਹੋਣੇ ਆ ਮੈਨੂੰ। ਜਿਵੇਂ ਤੁਸੀਂ ਦੱਸਿਆ ਵੀ ਸਾਡੀ ਔਰਕੁੱਟ ਤੇ ਫਰੈਂਡਸ਼ਿਪ ਹੋਈ, ਉਦੋਂ ਔਰਕੁੱਟ ਹੀ ਹੁੰਦੀ ਸੀ ਜਿਵੇਂ ਫੇਸਬੁੱਕ ਹੈ, ਤੇ ਫਿਰ ਔਰਕੁੱਟ ਤੋਂ ਤੁਹਾਡੀ ਦੋਸਤੀ ਵਿਆਹ ਤੱਕ ਤਬਦੀਲ ਹੋਣ ਲਈ ਕਿਹੜੇ ਰਾਹਾਂ ਚੋਂ ਲੰਘੀ ਤੇ ਕੁਝ ਦੱਸੋਗੇ ਇਹਦੇ ਬਾਰੇ? ਬਹੁਤ ਕੰਡੇ ਸੀਗੇ ਜੀ। ਉਹ ਕੰਡੇ ਕਿਹੋ ਜਿਹੇ ਸੀਗੇ ਜੀ? ਕੰਡੇ ਬਹੁਤ ਚੁਭੇ ਨਹੀਂ ਜੀ ਵੈਸੇ ਤਾਂ, ਤੇ ਬਟ ਉਹੀ ਹੈ ਜੀ, ਠੀਕ ਹੈ ਜਦੋਂ ਤੁਹਾਡੇ ਪੇਰੈਂਟਸ ਕੰਡੇ ਮਤਲਬ ਵੀ ਸਾਨੂੰ ਕੰਡੇ ਬਾਰੇ ਐਕਸਪਲੇਨ ਕਰੋ, ਕੰਡੇ ਕੀ ਸੀਗੇ? ਕੰਡੇ ਇਦਾਂ ਜੀ ਵੀ ਇਹ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤੇ ਮੇਰਾ ਇੱਧਰ ਹਿੰਦੂ ਪਰਿਵਾਰ ਹੈ ਨਾ, ਸ਼ਰਮਾ ਫੈਮਿਲੀ। ਹਾਂਜੀ, ਸ਼ਰਮਾ ਫੈਮਿਲੀ ਹੈ, ਤਾਂ ਫਿਰ ਉਹ ਥੋੜਾ ਜਿਹਾ ਇਦਾਂ ਸੀਗਾ ਬਟ ਉਹ ਇੰਟਰਕਾਸਟ ਹੋਣ ਕਰਕੇ। ਹਾਂਜੀ, ਬਟ ਸਾਡਾ ਇਦਾਂ ਸੀ ਵੀ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਹੈ ਕਿਉਂਕਿ ਅਸੀਂ ਸ਼ੁਰੂ ਤੋਂ ਇੰਨਾ ਜ਼ਿਆਦਾ ਇਹਨਾਂ ਚੀਜ਼ਾਂ ਦੇ ਵਿੱਚ ਹਾਂਜੀ ਕਦੇ ਵਿਸ਼ਵਾਸ ਨਹੀਂ ਰੱਖਿਆ। ਇਹ ਐਵਰੀਵਨ ਇਜ਼ ਸੇਮ। ਇਹਦਾ ਜਦ ਤੱਕ ਸਾਡੇ ਗੁਰੂਆਂ ਨੇ ਮਿਟਾਈ ਹੈ, ਸਗੋਂ ਅਸੀਂ ਇਹਨਾਂ ਨੂੰ ਫੇਰ ਵੰਡੀਆਂ ਪਾਈ ਜਾਂਦੇ ਆ। ਹਾਂਜੀ ਹਾਂ। ਤੁਸੀਂ ਵੈਸੇ ਵੀ ਹੁਣ ਜੇ ਮੈਂ ਕਹਾਂ ਵੀ ਆਪਾਂ ਇਸ ਕੰਟਰੀ ਦੇ ਵਿੱਚ ਰਹਿੰਦੇ ਹਾਂ ਨਾ, ਇਸ ਕੰਟਰੀ ਦੇ ਵਿੱਚ ਤੁਸੀਂ ਦੇਖ ਲਓ ਗੋਰਿਆਂ ਦਾ ਕੋਈ ਰਿਲੀਜਨ ਨਹੀਂ ਹੈਗਾ ਵੀ ਇੱਕ ਰਿਲੀਜਨ ਹੈ, ਉਹ ਸਾਰੇ ਇੱਕੋ ਚੀਜ਼ ਨੇ ਹਨਾ, ਵੀ ਉਹਨਾਂ ਨੂੰ ਕੋਈ ਹੈ ਨਹੀਂਗਾ। ਤੇ ਉਹ ਉਦਾਂ ਦਾ ਹੀ ਜੋ ਸੋਚ ਹੋ ਜਾਂਦੀ ਹੈ ਤਾਂ ਇਹ ਵੀ ਚੰਡੀਗੜ੍ਹ ਥੋੜਾ ਰਹੀ ਹੋਈ ਸੀਗੀ ਹਨਾ, ਤਾਂ ਉਹਦੇ ਕਰਕੇ ਥੋੜੀ ਜਿਹੀ ਇਹਨਾਂ ਦੀ ਵੀ ਸੋਚ ਚੰਗੀ ਸੀਗੀ ਇਸ ਪੱਖੋਂ। ਤਾਂ ਚਲੋ ਵਧੀਆ। ਮੈਂ ਤੁਹਾਨੂੰ ਦੱਸਦੀ ਆ ਵੀ ਇੰਨੀ ਜ਼ਿਆਦਾ ਚੰਗੀ ਨਹੀਂ ਸੀ। ਸਾਨੂੰ ਬਹੁਤ ਪਾਪੜ ਵੇਲਣੇ ਪਏ ਨੇ। ਇਹਦੀ ਗੱਲ ਸਿਰਫ ਇਹ ਨਹੀਂ ਆਂਟੀ ਦੱਸੋਗੇ ਪਾਪੜ ਕੀ ਵੇਲਣੇ ਪਏ ਆ? ਆਂਟੀ ਤੁਸੀਂ ਦੱਸੋ ਪਾਪੜ ਕੀ ਵੇਲਦੇ ਆ? ਨਹੀਂ ਮੈਂ ਤਾਂ ਇਹਦੀ ਗੱਲ ਕਰਦਾ ਸੀ। ਹਾਂਜੀ ਦੱਸੋ। ਐਕਚੁਅਲੀ ਪਤਾ ਕੀ ਹੈ, ਜਦੋਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਸੀ, ਕਾਫੀ ਟਾਈਮ ਇਹਨਾਂ ਦਾ ਹੋ ਗਿਆ ਸੀ ਇਦਾਂ, ਮਤਲਬ ਵੀ ਟਾਈਪ ਜਿਵੇਂ ਵੀ ਸੀਗੀ, ਮੈਨੂੰ ਨਹੀਂ ਸੀ ਪਤਾ। ਇਹ ਮੇਰੀ ਬੇਟੀ ਦੀ ਮੈਰਿਜ ਸੀਗੀ ਹਾਂਜੀ ਹੈਨਾ, ਤੇ ਮੈਰਿਜ ਦੇ ਵਿੱਚ ਵੀ ਇਹ ਚੋਰੀ ਆਏ ਸੀ, ਮੈਨੂੰ ਨਹੀਂ ਪਤਾ ਲੱਗਿਆ ਉਸ ਟਾਈਮ ਵੀ ਇਹ ਆਏ ਨੇ ਵਿਆਹ 'ਚ। ਪੈਲਸ ਦੇ ਵਿੱਚ ਇੰਨਾ ਇਕੱਠ ਹੁੰਦਾ, ਪਤਾ ਨਹੀਂ ਚੱਲਦਾ ਕਿਹੜਾ ਆ ਗਿਆ ਕੌਣ ਚਲਾ ਗਿਆ ਕੌਣ ਨਹੀਂ ਲੱਗਿਆ। ਮੈਨੂੰ ਬਾਅਦ 'ਚ ਪਤਾ ਲੱਗਿਆ ਹਨਾ। ਹਾਂਜੀ। ਤੇ ਫਿਰ ਮੈਂ ਇਹਨੂੰ ਪੁੱਛਿਆ ਰਾਜੇ ਨੂੰ, ਮੈਂ ਕਿਹਾ ਵੀ ਇਦਾਂ ਵੀ ਗੱਲ ਹੈ ਨਾ, ਮੈਨੂੰ ਪਤਾ ਲੱਗੀ ਆ ਵੀ ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਹਾਂਜੀ। ਕਹਿੰਦਾ ਮੰਮੀ ਮੈਂ ਤੁਹਾਨੂੰ ਦੱਸਣਾ ਨਾ ਵੀ ਮੈਂ ਉੱਥੇ ਬੜਾ ਪ੍ਰੈਸ਼ਰ ਪੈਂਦਾ ਸੀ ਮੇਰੇ ਤੇ, ਲੋਕ ਰਿਸ਼ਤਿਆਂ ਲਈ ਆਉਂਦੇ ਸੀ। ਹਾਂਜੀ। ਵੀ ਬੇਟੇ ਦਾ ਤੁਸੀਂ ਹਨਾ ਰਿਸ਼ਤਾ ਲੈ ਲਓ, ਬੜਾ ਮਤਲਬ ਫਿਰ ਹੌਲੀ ਹੌਲੀ ਇਹ ਕਹੇ ਮੈਂ ਕਰਾਉਣਾ ਨਹੀਂ, ਮੈਂ ਵਿਆਹ ਨਹੀਂ ਕਰਾਉਣਾ। ਗੱਲ ਨਹੀਂ ਪਤਾ ਸੀ ਗੱਲ ਵਿੱਚੋਂ ਕੀ ਆ ਇਹ ਮੈਨੂੰ ਪਤਾ ਨਹੀਂ। ਇਹਦੇ ਪਾਪਾ ਅਸੀਂ ਦੋਨੋਂ ਜਣੇ ਚੰਡੀਗੜ੍ਹ ਗਏ ਤੇ ਅਸੀਂ ਇਹਨਾਂ ਨੂੰ, ਇਹਦੇ ਪਾਪਾ ਥੋੜੇ ਸਿੱਖ ਸੀਗੇ, ਅਸੀਂ ਪੀਜੀਆਈ ਗਏ, ਅਸੀਂ ਇਹਨਾਂ ਨੂੰ ਫਿਰ ਉੱਥੇ ਬੁਲਾਇਆ, ਇਹ ਤੇ ਇਹਨਾਂ ਦੇ ਮਦਰ ਆਏ ਹੈਨਾ। ਤੇ ਚਲੋ ਉੱਥੇ ਮੈਨੂੰ ਲੜਕੀ ਅੱਛੀ ਲੱਗੀ ਵੀ ਠੀਕ ਆ ਚਲੋ ਹੈਨਾ, ਵੀ ਬਾਕੀ ਸਾਰਾ ਕੁਝ ਤਾਂ ਮਿਲਦਾ ਹੀ ਨਹੀਂ ਹੁੰਦਾ। ਸਹੀ ਗੱਲ ਹੈ ਜੀ, ਕੁੜੀ ਚੰਗੀ ਮਿਲ ਜੇ ਬਸ ਇਹੀ ਬਹੁਤ ਹੈ। ਹਾਂ, ਬਾਕੀ ਫਿਰ ਨੇਚਰ ਵਾਈਜ਼ ਮਤਲਬ ਮੈਂ ਕਿਹਾ ਉਹ ਤਾਂ ਚਲੋ ਬਾਅਦ 'ਚ ਪਤਾ ਲੱਗਦਾ ਹੈ ਵੀ ਇਹ ਹੁੰਦਾ ਵੀ ਆਪਾਂ ਬੱਚਿਆਂ ਦੀ ਖੁਸ਼ੀ 'ਚ ਆਪਣੀ ਖੁਸ਼ੀ। ਸਹੀ ਗੱਲ ਹੈ। ਹਾਂਜੀ। ਆਸਟ੍ਰੇਲੀਆ, ਹੁਣ ਤੁਹਾਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਵਧੀਆ ਲੱਗਦੀਆਂ? ਆਸਟ੍ਰੇਲੀਆ ਦਾ ਜਿਹੜਾ ਮਤਲਬ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਝ ਵਧੀਆ ਲੱਗਦਾ, ਜਿੱਦਾਂ ਇੱਥੇ ਦਾ এনवायरमेंट ਵਧੀਆ ਹੈ ਨਾ, ਸਾਫ ਸੁਥਰਾ ਮਾਹੌਲ ਆ, ਗ੍ਰੀਨਰੀ ਆ, ਬਾਕੀ ਘੁੰਮਣ ਫਿਰਨ ਨੂੰ ਵੀ ਜੇ ਚਾਹੇ ਆਪਾਂ ਰਾਤ ਨੂੰ ਵੀ ਤੁਰੇ ਫਿਰੀਏ ਤਾਂ ਵੀ ਇੱਥੇ ਕੋਈ ਡਰ ਨਹੀਂ ਲੱਗਦਾ, ਵੀ ਸੇਫ ਹੈ ਨਾ, ਸੇਫ ਵੀ ਆ ਹੈ ਨਾ। ਤੇ ਦੂਜਾ ਮਤਲਬ ਇੱਥੇ ਤੇ ਮੈਨੂੰ ਸਭ ਤੋਂ ਵਧੀਆ ਗੱਲ ਐਂ ਵੀ ਲੱਗਦੀ ਹੈ ਨਾ, ਜਿਵੇਂ ਜਿਹੜੇ ਇੱਥੇ ਦੇ ਗੋਰੇ ਨੇ ਹੈ ਨਾ, ਜੇ ਆਪਾਂ ਬਾਹਰ ਅੰਦਰ ਜਾਂਦੇ ਆ, ਆਪਾਂ ਨੂੰ ਮੂਹਰੇ ਮਿਲਦੇ ਨੇ ਤਾਂ ਉਹਨਾਂ ਨੇ ਹੈਲੋ ਹਾਈ ਵੀ ਜ਼ਰੂਰ ਕਰਨੀ ਆ, ਹੱਸ ਕੇ ਬੋਲਦੇ ਨੇ ਹੈ ਨਾ, ਚਾਹੇ ਉਹ ਆਪਾਂ ਨੂੰ ਜਾਣਦੇ ਵੀ ਨਹੀਂ ਹੈਗੇ ਤਾਂ ਵੀ ਵਧੀਆ ਬੋਲਦੇ ਨੇ। ਤੇ ਬਾਕੀ ਮਤਲਬ ਹੋਰ ਵੀ ਬਹੁਤ ਜਿੱਦਾਂ ਗੱਲਾਂ ਹੈਗੀਆਂ ਨੇ ਵੀ ਇੱਥੇ ਰੂਲ ਰੈਗੂਲੇਸ਼ਨ
ਦੂਸਰਾ ਇੱਕ ਚੀਜ਼ ਹੋਰ ਵੀ ਹੈ, ਜਿਵੇਂ ਹੁਣ ਇੱਥੇ ਸਾਰੇ ਕੰਮ ਇਹਨਾਂ ਦੇ ਬੱਚਿਆਂ ਦੇ ਵੀ ਮੈਂ ਦੇਖਦੀ ਹਾਂ ਵੀ ਘਰੇ ਬੈਠੇ ਵੀ ਹੋ ਜਾਂਦੇ ਨੇ। ਹਾਂਜੀ ਹੈਨਾ, ਤੁਸੀਂ ਆਪਣੇ ਜਿਵੇਂ ਅਫੀਸ਼ੀਅਲ ਵਰਕ ਵੀ ਨੇ, ਇਹ ਵੀ ਤੁਸੀਂ ਆਪਣਾ ਆਨਲਾਈਨ ਸਾਰਾ ਕੁਝ ਘਰੇ ਬੈਠ ਕੇ ਵੀ ਕਰ ਲੈਂਦੇ ਹੋ ਨਾ, ਟਾਈਮ ਦੀ ਵੇਸਟੇਜ ਨਹੀਂ ਹੁੰਦੀ ਹੈਗੀ। ਤੇ ਦੂਸਰਾ ਇੱਥੇ ਜਿਵੇਂ ਇਹ ਹੈ ਕਿ ਵੀ ਕੋਈ ਕਿਸੇ ਦੀ ਕਿਸੇ ਨਾਲ ਕੋਈ ਜਿੱਦ ਨਹੀਂ ਹੁੰਦੀ, ਹੈਨਾ। ਬਾਕੀ ਆਪਾਂ ਨੂੰ ਜਿਵੇਂ ਇੰਡੀਆ ਦੇ ਵਿੱਚ ਤਾਂ ਬਿਨਾਂ ਮਤਲਬ ਦੀਆਂ ਬਹੁਤ ਟੈਨਸ਼ਨ ਨੇ, ਔਰ ਉੱਥੇ ਦੂਸਰੀ ਇੱਕ ਚੀਜ਼ ਹੋਰ ਵੀ ਆ, ਉੱਥੇ ਆਪਣੀਆਂ ਟੈਨਸ਼ਨਾਂ ਘੱਟ ਹੁੰਦੀਆਂ ਨੇ, ਲੋਕਾਂ ਦੀਆਂ ਆਪਾਂ ਨੂੰ ਵੱਧ ਹੁੰਦੀਆਂ ਨੇ। ਉਹ ਕਹਿੰਦੇ ਤਾਂ ਹੁੰਦੇ ਆ ਵੀ ਉੱਥੇ ਮਤਲਬ ਕਿ ਜ਼ਿਆਦਾਤਰ ਆਪਾਂ ਲੋਕ ਉਹ ਹੁੰਦੇ ਆ ਵੀ ਜਿਹੜੇ ਆਪਣੀ ਸਫਲਤਾ ਤੋਂ ਖੁਸ਼ ਨਹੀਂ ਹੁੰਦੇਗੇ ਨਾ, ਤੇ ਦੂਜਿਆਂ ਨੂੰ ਮਤਲਬ ਕਿ ਇਹ ਦੇਖ ਕੇ ਉਹ ਸਫਲ ਕਿਉਂ ਲਿਆ ਉਸ ਚੀਜ਼ ਦੇ ਦੁਖੀ ਜ਼ਿਆਦਾ ਹੁੰਦੇ ਜਿਹੜੇ ਆਪਣੇ ਦੁੱਖਾਂ ਤੋਂ ਲੋਕ ਉਹਨੇ ਦੁਖੀ ਨਹੀਂ ਜਿੰਨੇ ਦੂਜੇ ਦੇ ਸੁੱਖਾਂ ਤੋਂ ਦੁਖੀ ਹੈ। ਸਹੀ ਗੱਲ ਹੈ ਜੀ, ਬਿਲਕੁਲ ਹੈਨਾ। ਨਹੀਂ ਇਹ ਇੱਥੇ ਵੀ ਹੈਗੀ ਗੱਲ, ਤੁਸੀਂ ਕਿਤੇ ਤੁਸੀਂ ਬੜਾ ਜ਼ਿਆਦਾ ਸਮਾਜ 'ਚ ਵਿਚਰੇ ਨਹੀਂ ਮੇਰਾ ਖਿਆਲ। ਨਹੀਂ ਜ਼ਿਆਦਾ ਵਿੱਚ ਨਹੀਂ ਇੱਥੇ ਉਹ ਵੀ ਹੈ, ਆਪਣੇ ਲੋਕ ਭਾਵੇਂ ਕਰਦੇ ਹੁਣ, ਵੈਸੇ ਮੈਨੂੰ ਲੱਗਦਾ ਗੋਰੇ ਤਾਂ ਨਹੀਂ ਨਹੀਂ ਕਰਦੇ। ਗੋਰੇ 'ਚ ਤਾਂ ਹੈ ਨਹੀਂ, ਹਨਾ, ਪਰ ਆਪਣੇ ਕਮਿਊਨਿਟੀ ਤਾਂ ਹੈਗੀ। ਪਰ ਇਹਨਾਂ ਲੋਕਾਂ ਤੋਂ ਆਪਾਂ ਨੂੰ ਇਹ ਚੀਜ਼ਾਂ ਸਿੱਖਣੀਆਂ ਵੀ ਚਾਹੀਦੀਆਂ। ਹਾਂਜੀ ਈਸ਼ਾ, ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਮੈਰਿਜ ਤਾਂ ਚਲੋ ਤੁਹਾਡੀ ਆਪਣੀ ਕਾਸਟ ਦੇ ਵਿੱਚ ਹੋਈ, ਪਰ ਜਿਵੇਂ ਕਿ ਹੁਣ ਤੁਹਾਡੇ ਅੱਗੋਂ ਬੱਚੇ ਆ ਹਨਾ, ਫਿਰ ਜਿੱਦਾਂ ਉਹਨਾਂ ਦੀਆਂ ਜਿਹੜੀਆਂ ਮਾਮੀਆਂ ਉਹ ਹੋਰ ਧਰਮ ਦੀਆਂ, ਤੇ ਕੀ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਇਹੋ ਜਿਹਾ ਮਾਹੌਲ ਪੈਦਾ ਕਰੋਗੇ ਵੀ ਜਿਹੜਾ ਤੁਹਾਡੇ ਬੱਚੇ ਵੀ ਸਾਰੇ ਧਰਮਾਂ ਦੀ ਰਿਸਪੈਕਟ ਕਰਨ? ਹਾਂਜੀ, ਮਤਲਬ ਅਸੀਂ ਜਿਵੇਂ ਸ਼ੁਰੂ ਤੋਂ ਦੇਖਿਆ ਸਾਡੇ ਘਰ ਦੇ ਵਿੱਚ ਇੱਦਾਂ ਦਾ ਮਾਹੌਲ ਸੀਗਾ ਕਿ ਸਾਡੇ ਪੇਰੈਂਟਸ ਨੇ ਕਦੇ ਸਾਡੇ ਤੇ ਰਿਸਟ੍ਰਿਕਸ਼ਨ ਨਹੀਂ ਲਗਾਈ ਕਿ ਤੁਸੀਂ ਹਿੰਦੂ ਹੈਗੇ ਹੋ ਤਾਂ ਤੁਸੀਂ ਹਨਾ ਕਿ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਹੈਗਾ। ਅਸੀਂ ਫ੍ਰੀ, ਸਾਨੂੰ ਇੱਦਾਂ ਦੀ ਫ੍ਰੀडम ਸੀਗੀ। ਸਾਡੇ ਫਰੈਂਡਸ ਜਿਹੜੇ ਸੀਗੇ ਹੁਣ ਵੀ ਇਨਫੈਕਟ ਬਹੁਤ ਸਾਰੇ ਸਿੱਖ ਫਰੈਂਡਸ ਨੇ, ਮੁਸਲਿਮ ਵੀ ਨੇ, ਇਨਫੈਕਟ ਮੇਰੇ ਕ੍ਰਿਸਚੀਅਨ ਫਰੈਂਡਸ ਵੀ ਨੇ, ਤੇ ਸਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਹੁਣ ਸਾਡੇ ਘਰ ਦੇ ਵਿੱਚ ਜਿਵੇਂ ਗੁਰਸਿੱਖ ਫੈਮਿਲੀ ਤੋਂ ਸਾਡੇ ਘਰ ਦੇ ਵਿੱਚ ਕੁੜੀਆਂ ਆਈਆਂ ਨੇ, ਤੇ ਉਹਨਾਂ ਨੇ ਜੋ ਸਿਖਾਉਣਾ ਹੈਗਾ, ਜਿਵੇਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿਖਾਉਣਾ ਉਵੇਂ ਮੇਰੇ ਬੱਚੇ ਨੂੰ ਸਿਖਾਉਣ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਇਨਫੈਕਟ ਉਹ ਰੋਜ਼ ਜਦੋਂ ਅਰਦਾਸ ਕਰਦੀ ਹੈਗੀ ਆ ਤਾਂ ਉਹ ਦੋਨਾਂ ਨੂੰ ਲੈ ਕੇ ਜਾਂਦੀ ਹੈ, ਦੋਨਾਂ ਨੂੰ ਜੋਤ ਉਹ ਕਰਦੀ ਹੈਗੀ ਆ। ਤੇ ਮੇਰੇ ਖਿਆਲ ਤੋਂ ਬੱਚਿਆਂ ਨੂੰ ਉਹ ਚੀਜ਼ ਸਿੱਖਣ ਨੂੰ ਮਿਲੇਗੀ ਕਿ ਹਰ ਧਰਮ ਜਿਹੜਾ ਹੈਗਾ ਆਪਾਂ ਨੂੰ ਚੰਗੀਆਂ ਚੀਜ਼ਾਂ ਸਿਖਾਉਂਦਾ, ਆਪਾਂ ਚੰਗੀਆਂ ਨੂੰ ਸਿੱਖੋ ਤੇ ਮਾੜੀਆਂ ਨੂੰ ਸਾਈਡ ਦੇ ਉੱਤੇ ਰੱਖ ਦਿਓ, ਤੇ ਆਪਸ ਦੇ ਵਿੱਚ ਕੋਈ ਐਦਾਂ ਦੇ ਗਿਲੇ ਸ਼ਿਕਵੇ ਦੀ ਲੋੜ ਵੀ ਨਹੀਂ ਹੁੰਦੀ ਹੈ। ਮੇਰੇ ਖਿਆਲ 'ਚ ਇਹ ਤਾਂ ਇੱਕ ਬਹੁਤ ਵੱਡਾ ਮੈਸੇਜ ਤੁਸੀਂ ਸਾਰਿਆਂ ਲਈ ਦੇਤਾ ਹਨਾ, ਵੀ ਜਿਹੜੀ ਵੀ ਚੀਜ਼ ਕੋਈ ਫੋਲੋ ਕਰਨੀ ਹੈ, ਚੰਗੀਆਂ ਚੀਜ਼ਾਂ ਫੋਲੋ ਕਰੋ ਤੇ ਜਿਹੜੀਆਂ ਮਾੜੀਆਂ ਉਹ ਛੱਡ ਦਿਓ ਹਨਾ, ਬਸ਼ਰਤੇ ਕਿ ਇਹ ਕਹਿਣ ਦੇ ਕਿ ਨਹੀਂ ਜੀ ਮੈਂ ਮੇਰੀ ਚੀਜ਼ ਜ਼ਿਆਦਾ ਵਧੀਆ ਹੈ, ਦੂਜੇ ਦੀ ਘੱਟ ਹੈ, ਮੇਰਾ ਧਰਮ ਜ਼ਿਆਦਾ ਵਧੀਆ, ਦੂਜੇ ਦਾ ਨਹੀਂ ਵਧੀਆ ਹਨਾ। ਹਾਂਜੀ, ਮੈਂ ਥੋੜਾ ਜਿਹਾ ਤੁਹਾਨੂੰ ਇੱਕ ਆਪਣੇ ਆਸ-ਪਾਸ ਹੀ ਦੇਖ ਲਓ ਵੀ ਆਪਣੀ ਇਸ ਦੁਨੀਆ ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਜੋ ਪ੍ਰੋਬਲਮਸ ਹੋ ਰਹੀਆਂ ਨੇ ਪੋਲੀਟੀਕਲ ਤੇ ਰਿਲੀਜਨ, ਇਹੀ ਰੀਜ਼ਨਸ ਹੈਗੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਹੋ ਰਹੀਆਂ, ਔਰ ਕੱਟੜਪੰਥੀ ਦੀ ਵਜ੍ਹਾ ਦੇ ਨਾਲ ਸਭ ਤੋਂ ਜ਼ਿਆਦਾ ਪ੍ਰੋਬਲਮਸ ਹੋ ਰਹੀਆਂ ਨੇ। ਜਿਸ ਦਿਨ ਆਪਾਂ ਕੱਟੜਪੰਥੀ ਛੱਡ ਦਾਂਗੇ ਔਰ ਦੂਸਰੇ ਨੂੰ ਆਪਾਂ ਐਕਸੈਪਟ ਕਰਾਂਗੇ, ਉਦੋਂ ਆਪਣੀਆਂ ਮੈਂ ਕਹਿੰਦੀ ਹਾਂ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਹੋਏਗੀ। ਹਾਂਜੀ। ਤੇ ਆਂਟੀ ਬ੍ਰਿਸਬਨ ਤੋਂ ਇਲਾਵਾ ਕਿਤੇ ਹੋਰ ਵੀ ਘੁੰਮਣ ਗਏ ਹੋ? ਹਾਂਜੀ, ਮੈਂ ਬ੍ਰਿਸਬਨ ਤੋਂ ਇਲਾਵਾ ਬਾਹਰ ਘੁੰਮਣ ਗਈ ਹਾਂ, ਜਿੱਦਾਂ ਗੋਲਡ ਕੋਸਟ ਵੀ, ਔਰ ਕਈ ਕਾਫੀ ਜਗ੍ਹਾ ਤੇ ਮੈਨੂੰ ਇਹ ਲੈ ਕੇ ਗਏ ਨੇ ਘੁੰਮਣ, ਬਟ ਮੈਨੂੰ ਜਗ੍ਹਾ ਦੇ ਨਾਮ ਨਹੀਂ ਪਤਾ, ਉਹ ਇਹਨਾਂ ਨੂੰ ਪਤਾ ਨੇ। ਅੱਛਾ, ਇਹਨਾਂ ਨੂੰ ਘੁਮਾਇਆ ਜੀ ਉਧਰ, ਇੱਕ ਤਾਂ ਨਿਊ ਸਾਊਥ ਵੇਲ ਦਾ ਬਾਰਨ ਵੇ ਘੁਮਾ ਲਿਆ, ਤੇ ਫਿਰ ਉਧਰ ਮਰਵੀ ਲੰਬਾ ਇੱਕ ਆਪਣਾ ਉਧਰ ਛੋਟਾ ਜਿਹਾ ਪਿੰਡ ਪੈਂਦਾ, ਉਧਰ ਬਹੁਤ ਸੋਹਣਾ, ਉਧਰ ਗੁਰਦੁਆਰਾ ਸਾਹਿਬ ਵੀ ਪੈਂਦਾ ਹੈ ਨਾ। ਹਾਂਜੀ, ਬੁਲਬੁਲਗਾ ਨਹੀਂ, ਮਰਵੀ ਲੰਬਾ। ਅੱਛਾ, ਮਰਵੀ ਲੰਬਾ ਆਪਣੇ ਸਿਰਫ ਬਾਰਡਰ ਤੇ ਹੀ ਆ ਨਿਊ ਸਾਊਥ ਵੇਲ ਦੇ। ਤੇ ਉੱਥੇ ਇੱਕ ਮੰਦਿਰ ਵੀ ਹੈ ਤੇ ਇੱਕ ਗੁਰਦੁਆਰਾ ਸਾਹਿਬ ਵੀ ਹੈ, ਉੱਥੇ ਵੀ ਗਏ ਆ। ਤੇ ਫਿਰ ਇਹਨਾਂ ਨੂੰ ਸਨਸ਼ਾਈਨ ਕੋਸਟ ਦਿਖਾਇਆ, ਗੋਲਡ ਕੋਸਟ ਦਿਖਾਇਆ, ਨੈਚੁਰਲ ਆਰਕ ਵਗੈਰਾ ਜਿਹੜੀ ਆਪਣੇ ਇੱਥੇ ਸਪਰਿੰਗ ਬਰੁੱਕ ਦੇ ਵਿੱਚ ਮਿਲਦੇ ਨੇ। ਕਾਫੀ ਘੁਮਾਇਆ ਮਤਲਬ? ਹਾਂਜੀ, ਹਾਲ ਤੱਕ ਤਾਂ ਕਾਫੀ ਘੁਮਾ ਚੁੱਕੇ ਹਾਂ। ਤੇ ਹੁਣ ਕੀ ਪਲਾਨ ਅੱਗੇ, ਕੋਈ ਘੁਮਾਉਣ ਦਾ ਹੋਰ ਕਿਤੇ ਲੱਗ ਜਾਂਦਾ? ਅੱਗੇ ਦੇਖਦੇ ਹਾਂ, ਹੁਣ ਜੇ ਸਭ ਕੁਝ ਠੀਕ ਚੱਲੀ ਕੰਮਕਾਰ ਤਾਂ ਸਿਡਨੀ ਦਾ ਪਲਾਨ ਬਣ ਰਿਹਾ, ਤੇ ਸਿਡਨੀ ਘੁਮਾ ਕੇ ਲਿਆਵਾਂਗੇ। ਤੇ ਕੰਮਕਾਰ ਤੁਸੀਂ ਖੁਦ ਕੀ ਕੰਮਕਾਰ ਕਰਦੇ ਹੋ? ਮੇਰਾ ਕੰਮ ਹੈ ਜੀ, ਮੈਂ ਸੋਲਰ ਦੀ ਮੇਰੀ ਕੰਪਨੀ ਹੈ ਤੇ ਸੋਲਰ ਇੰਸਟਾਲ ਕਰਦੇ ਹਾਂ। ਅੱਛਾ ਅੱਛਾ। ਰੈਜ਼ੀਡੈਂਸ਼ੀਅਲ ਕਮਰਸ਼ੀਅਲ, ਤੇ ਉਹਦੇ ਵਿੱਚ ਬਸ ਬਿਜ਼ੀ ਰਹਿੰਦਾ ਅੱਜ ਕੱਲ੍ਹ, ਕੰਮ ਥੋੜਾ ਜ਼ਿਆਦਾ ਜ਼ੋਰ ਤੇ। ਹੌਟ ਵਾਟਰ ਸਿਸਟਮ ਵੀ ਲਾਉਣੇ ਤੇ ਇਕੱਲਾ ਸੋਲਰ ਹੀ? ਨਹੀਂ, ਹੌਟ ਵਾਟਰ ਸਿਸਟਮ ਨਹੀਂ ਲਾਉਂਦੇ, ਸਿਰਫ ਪੀਵੀ ਸਿਸਟਮ ਲਾਉਂਦੇ ਆ, ਜਿਹੜਾ ਇਲੈਕਟ੍ਰਿਸਿਟੀ ਦਾ ਜਿਹੜਾ ਸਾਰਾ ਘਰ ਦਾ ਬਿੱਲ ਕਵਰ ਅਪ ਕਰਦਾ ਨਾ। ਅੱਛਾ ਅੱਛਾ, ਉਹਦਾ ਸਾਰਾ ਦੇਖਦੇ। ਠੀਕ ਹੈ। ਤੇ ਭਾਜੀ ਜਿਹੜੇ ਇਹ ਸੋਲਰ ਸਿਸਟਮ ਤੁਸੀਂ ਕਿਹਾ ਨਾ, ਥੋੜਾ ਜਿਹਾ ਸਾਨੂੰ ਐਕਸਪਲੇਨ ਕਰ ਦੋਗੇ ਵੀ ਕੋਈ ਜਿੱਦਾਂ ਤੁਸੀਂ ਲਾਉਣੇ ਹੋ ਕੋਈ ਪੈਨਲਸ ਵਗੈਰਾ ਦੇ ਵਿੱਚ ਡਿਫਰੈਂਸ ਹੁੰਦਾ ਜਾਂ ਕਿੱਦਾਂ ਲੱਗਦਾ ਹੈ? ਉਹ ਕੁਆਲਿਟੀ ਵੀ ਹੁੰਦੀ ਹੈ ਜੀ ਪੈਨਲਸ ਦੇ ਵਿੱਚ, ਕੁਝ ਚੰਗੇ ਪੈਨਲਸ ਵੀ ਨੇ, ਮਾੜੇ ਪੈਨਲਸ ਵੀ ਨੇ ਹਨਾ, ਸਸਤੇ ਵੀ ਆਉਂਦੇ ਨੇ, ਮਹਿੰਗੇ ਵੀ ਆਉਂਦੇ ਨੇ। ਇੱਕ ਇਹਨਾਂ ਦੇ ਨਾਲ ਕੰਪੋਨੈਂਟ ਹੁੰਦੇ ਨੇ, ਇਨਵਰਟਰ ਹੁੰਦਾ, ਉਹ ਹੁੰਦਾ ਵੀ ਆਪਣੀ ਸਾਰੀ ਪਾਵਰ ਜਿਹੜੀ ਸੋਲਰ ਦੀ ਆ ਉਹਨੂੰ ਕਨਵਰਟ ਕਰਦਾ, DC ਟੂ AC ਕਨਵਰਟ ਕਰਦਾ। ਆਪਣੇ ਜਿੰਨੇ ਅਪਲਾਇੰਸਿਸ ਨੇ ਉਹ ਸਾਰੇ AC ਦੇ ਉੱਤੇ ਕੰਮ ਕਰਦੇ ਨੇ, ਆਲਟਰਨੇਟਿਵ ਕਰੰਟ ਤੇ ਪੈਨਲਸ ਦਾ ਡਾਇਰੈਕਟ ਕਰੰਟ ਬਣਾਉਂਦੇ ਨੇ ਹਨਾ।
ਇਹ ਕੰਪੋਨੈਂਟਸ ਹੁੰਦੇ ਨੇ, ਉਹ ਆਪਾਂ ਨੂੰ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਵੀ ਕਿਹੜੀਆਂ ਚੰਗੀਆਂ ਨੇ ਜਾਂ ਮਾੜੀਆਂ ਨੇ, ਕਿੰਨਾ ਕੁ ਰਿਲਾਇਬਲ ਹੈ ਸਿਸਟਮ ਤੁਹਾਡਾ, ਕਿੰਨਾ ਕੁ ਨਹੀਂ। ਉਹ ਕਾਸਟ ਵੀ ਹੁੰਦੀ ਹੈ ਵੀ ਉਹਦੇ ਜਿੰਨਾ ਵਧੀਆ ਲਾਓਗੇ ਹੈ ਨਾ ਪੈਨਲ, ਜਾਂ ਜਿੰਨਾ ਵਧੀਆ ਇਨਵਰਟਰ ਲਾਓਗੇ ਉਹਦੇ ਹਿਸਾਬ ਨਾਲ ਫਿਰ ਤੁਹਾਡੀ ਕਾਸਟ ਵੀ ਵੱਧ ਜਾਂਦੀ ਹੈ। ਤਾਂ ਡਿਪੈਂਡ ਕਰਦਾ ਵੀ ਕਿਸ ਹਿਸਾਬ ਦੀ ਕੁਆਲਿਟੀ ਹੁੰਦੀ ਹੈ। ਤੇ ਈਸ਼ਾ ਜੀ ਤੁਸੀਂ ਕੀ ਕੰਮ ਕਰਦੇ ਹੋ? ਮੈਂ ਆਈਟੀ ਪ੍ਰੋਫੈਸ਼ਨਲ ਹਾਂ, ਮੈਂ ਐਜ਼ ਅ ਫੰਕਸ਼ਨਲ ਕੰਸਲਟੈਂਟ ਕੰਮ ਕਰਦੀ ਹਾਂ। ਅੱਛਾ ਜੀ, ਮਤਲਬ ਸਾਨੂੰ ਥੋੜਾ ਜਿਹਾ ਐਕਸਪਲੇਨ ਕਰ ਦੋਗੇ? ਮੈਂ ਸਪਲਾਈ ਚੇਨ ਪਲੈਨਿੰਗ ਦੀ ਐਪਲੀਕੇਸ਼ਨਸ 'ਤੇ ਕੰਮ ਕਰਦੀ ਹਾਂ। ਤਾਂ ਜਿਸ ਤਰ੍ਹਾਂ ਮਾਈਨਿੰਗ ਕੰਪਨੀ ਹੈ, ਤਾਂ ਮਾਈਨ ਤੋਂ ਲੈ ਕੇ ਉਹਨਾਂ ਦੀ ਟ੍ਰੇਨ ਦੇ ਉੱਤੇ ਉਹਨਾਂ ਦੀ ਲੌਜਿਸਟਿਕਸ ਪਲੈਨਿੰਗ, ਦੈਨ ਉਸ ਜੋ ਵੀ ਉਹਨਾਂ ਦਾ ਕਮੋਡਿਟੀ ਹੈਗੀ ਆ, ਉਹ ਪੋਰਟ ਦੇ ਉੱਤੇ ਵੈਸਲ ਪਲੈਨਿੰਗ, ਲਾਈਕ ਉਹਨਾਂ ਨੂੰ ਕਿੱਦਾਂ ਮਾਈਨ ਕਰਕੇ ਉਹਨਾਂ ਨੂੰ ਪੋਰਟ ਦੇ ਉੱਤੇ ਲੈ ਕੇ ਜਾਂਦਾ ਹੈ ਅਤੇ ਉਹਨਾਂ ਨੂੰ ਫਿਰ ਕਿੱਦਾਂ ਐਕਸਪੋਰਟ ਕੀਤਾ ਜਾਂਦਾ ਹੈਗਾ। ਤਾਂ ਉਹ ਜੋ ਪੂਰਾ ਐਪਲੀਕੇਸ਼ਨਸ ਜਿਹੜੀਆਂ ਹੈਂਡਲ ਕਰਦੀਆਂ ਨੇ, ਮੈਂ ਉਹਨਾਂ ਐਪਲੀਕੇਸ਼ਨਸ 'ਤੇ ਕੰਮ ਕਰਦੀ ਹਾਂ। ਅੱਛਾ ਜੀ, ਤੇ ਤੁਹਾਡੇ ਹਸਬੈਂਡ ਕੀ ਕਰਦੇ ਆ? ਮੇਰੇ ਹਸਬੈਂਡ ਦਾ ਸਟੋਰ ਹੈਗਾ ਇੱਥੇ ਅਲਜਸਟਰ ਦੇ ਵਿੱਚ, ਇੰਡੀਅਨ ਗਰੋਸਰੀ ਸਟੋਰ ਹੈ। ਅਤੇ ਉੱਥੇ ਲਾਈਕ ਆਪਣਾ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਸਾਊਥ ਏਸ਼ੀਆ ਦੀਆਂ ਗਰੋਸਰੀਜ਼, ਆਪਣਾ ਐਵਰੀਡੇ ਯੂਜ਼ ਦਾ ਸਮਾਨ, ਦਾਲ, ਰਾਈਸ, ਆਟਾ, ਇਹ ਸਭ। ਅਤੇ ਉਹਦੇ ਨਾਲ ਨਾਲ ਉਹ ਓਕੇਸ਼ਨਲ ਫੈਸਟੀਵਲ ਦਾ, ਜਿੱਦਾਂ ਦੀਵਾਲੀ ਦਾ ਸਮਾਨ ਹੋ ਗਿਆ, ਉਹਨੇ ਰੱਖੜੀ ਗਈ ਹੈਗੀ ਹੈ ਤਾਂ ਰੱਖੜੀ ਦਾ, ਜਨਮਾਸ਼ਟਮੀ ਦਾ, ਇੱਦਾਂ ਉਹ ਸਾਰਾ ਕੁਛ ਸਾਡੇ ਸਟੋਰ ਦੇ ਉੱਤੇ ਹੁੰਦਾ। ਤੇ ਆਂਟੀ ਜੀ, ਤੁਸੀਂ ਜਿਵੇਂ ਹੁਣ ਤੁਹਾਡੇ ਬੱਚੇ ਇੱਥੇ ਆਏ ਹੋਏ ਆ ਨਾ, ਸਾਡੇ ਵਰਗੇ ਬਹੁਤ ਆਏ ਆ, ਪੇਰੈਂਟਸ ਆਉਂਦੇ ਆ, ਕੋਈ ਸੁਨੇਹਾ ਦੇਣਾ ਚਾਹੋਗੇ ਸਾਨੂੰ ਸਾਰਿਆਂ ਨੂੰ? ਹਾਂਜੀ, ਮੇਰਾ ਤਾਂ ਬੱਚਿਆਂ ਨੂੰ ਇਹੀ ਸੁਨੇਹਾ ਹੈ ਨਾ ਵੀ ਜਿਵੇਂ ਤੁਸੀਂ ਮਤਲਬ ਇਕੱਠੇ ਆਪਣੇ ਰਿਸ਼ਤੇਦਾਰ ਇਕੱਠੇ ਆਏ ਹੋਏ ਨੇ, ਭੈਣ ਭਰਾ ਆਏ ਹੋਏ ਨੇ ਨਾ, ਉਹ ਮਿਲ ਜੁਲ ਕੇ ਰਹਿਣ, ਇੱਥੇ ਨੇੜੇ ਨੇੜੇ ਰਹਿਣ। ਕਿਉਂਕਿ ਅੱਗੇ ਜੁਆਇੰਟ ਫੈਮਲੀਆਂ ਹੁੰਦੀਆਂ ਸੀ, ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ, ਪਰ ਹੁਣ ਉਹ ਚੀਜ਼ਾਂ ਤੋਂ ਬੱਚੇ ਵਾਂਝੇ ਰਹਿ ਜਾਂਦੇ ਨੇ। ਇਹਨਾਂ ਤਾਂ ਮੈਂ ਚਾਹੁੰਦੀ ਹਾਂ ਵੀ ਜਿਵੇਂ ਮਾਮਾ, ਭੂਆ ਜਾਂ ਮਾਸੀਆਂ, ਚਾਚੇ, ਤਾਏ, ਹਨਾ, ਸਾਰਿਆਂ ਦਾ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ। ਤੇ ਉਸ ਚੀਜ਼ਾਂ ਨੂੰ ਲੈ ਕੇ ਮਤਲਬ ਤੁਸੀਂ ਨੇੜੇ ਨੇੜੇ ਰਹੋ ਤਾਂ ਬਹੁਤ ਹੀ ਵਧੀਆ ਗੱਲ ਆ। ਔਰ ਬਾਕੀ ਜੁਆਇੰਟ ਫੈਮਿਲੀ ਵਰਗੀ ਤਾਂ ਵੈਸੇ ਹੀ ਕੋਈ ਰੀਸ ਨਹੀਂ ਹੈਗੀ। ਤੇ ਬਾਕੀ ਦੂਸਰੀ ਗੱਲ ਇਹ ਹੈ ਕਿ ਵੀ ਹਰ ਇੱਕ ਦੇ ਵਿੱਚ ਇੱਕ ਪੇਸ਼ੈਂਸ ਔਰ ਪਿਆਰ, ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ, ਹਨਾ। ਤੇ ਕਿਉਂਕਿ ਇਕੱਠੇ ਪਰਿਵਾਰਾਂ ਦੇ ਵਿੱਚ ਰਹਿਣ ਲਈ ਜਿਵੇਂ ਆਪਾਂ ਨੂੰ ਸਹਿਣ ਸ਼ਕਤੀ, ਪੇਸ਼ੈਂਸ ਬਹੁਤ ਹੋਣੀ ਚਾਹੀਦੀ ਆ, ਔਰ ਕੰਮ ਵੰਡ ਕੇ ਕਰਨਾ ਚਾਹੀਦਾ, ਹਨਾ। ਤੇ ਤਾਂ ਕਿ ਮਤਲਬ ਪਰਿਵਾਰਾਂ ਦੇ ਵਿੱਚ ਫਰਕ ਨਾ ਪਵੇ ਕਿਸੇ ਵੀ ਗੱਲ ਤੋਂ। ਸਹੀ ਗੱਲ। ਹਾਂ, ਔਰ ਮਤਲਬ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਇੱਕ ਬੰਦਾ, ਇੱਥੇ ਸਭ ਦੀ ਬਿਜ਼ੀ ਲਾਈਫ ਆ, ਵੀ ਆਪਣਾ ਆਪਣਾ ਕੰਮ ਜਿਹੜਾ ਹੈਗਾ ਉਹ ਆਪ ਹੀ ਕਰਨ ਤਾਂ ਚੰਗਾ। ਬਹੁਤ ਵਧੀਆ ਗੱਲ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਰੇ ਪਰਿਵਾਰ ਨੇ ਸਾਨੂੰ ਆਪਣਾ ਟਾਈਮ ਦਿੱਤਾ। ਹਾਂਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਘਰ ਆਉਣ ਲਈ। ਤੇ ਅਜੇ ਗੱਲਾਂ ਤਾਂ ਹੋਰ ਵੀ ਕਰਨ ਨੂੰ ਤੁਹਾਡਾ ਦਿਲ ਕਰਦਾ ਸੀ, ਤਾਂ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਅੱਛਾ ਦਰਸ਼ਕੋ, ਅਗਲੀ ਵਾਰ ਮਿਲਦੇ ਆ ਤੁਹਾਨੂੰ ਨਵੇਂ ਪ੍ਰੋਗਰਾਮ ਵਿੱਚ, ਨਵੇਂ ਪਰਿਵਾਰ ਨਾਲ। ਉਦੋਂ ਤੱਕ ਦਿਓ ਸਾਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।